ਕੁਲਦੀਪ ਬਿਸ਼ਨੋਈ ਨੂੰ ਹਰਾਉਣ ਦਾ ਵੀ ਕੰਮ ਅਸੀਂ ਕਰਾਂਗੇ ਜੇ ਸਰਕਾਰ ਨੇ ਸਾਡੀ ਇਹ ਗੱਲ ਨਾ ਮੰਨੀ। ਮਸਜਿਦਾਂ 'ਚ ਅਨਾਉਂਸਮੈਂਟ ਕਰਾਓ ਕਿ 11 ਨੂੰ ਅਸੀਂ ਮੁਆਵਜ਼ਾ ਲੈਣ ਵਾਸਤੇ ਫਤਿਹਾਬਾਦ ਜਾਣਾ, ਰਾਸ਼ਨ ਲੈ ਕੇ ਜਾਣਾ, ਬੈਂਡ ਦਾ ਪ੍ਰਬੰਧ ਕਰਕੇ ਆਉਣਾ, ਤਾਂ ਅਸੀਂ ਜਿੱਤ ਸਕਦੇ ਹਾਂ। ਜੇ ਹੱਥ ਲਾ ਕੇ ਮੁੜ ਜਾਾਂਗੇ ਫਿਰ ਅਸੀਂ ਜਿੱਤ ਨਹੀਂ ਸਕਦੇ। ਤਾਂ ਸਾਰਿਆਂ ਨੇ ਬੇਨਤੀ ਆ ਵੀ ਹੁਣ ਸਾਨੂੰ ਘਰਾਂ 'ਚ ਕੋਈ ਕੰਮ ਨਹੀਂ, ਜਿੱਥੇ ਨੁਕਸਾਨ ਹੋਇਆ ਵਿਹਲੇ ਖੇਤ ਵਿਹਲੇ ਆ, ਘਰ ਪਾਟੇ ਹੋਏ ਆ, ਇੱਥੇ ਲੰਗਰ ਦਾ ਪ੍ਰਬੰਧ ਕਰਾਂਗੇ, ਇੱਥੇ ਰਹਿਣ ਦਾ ਪ੍ਰਬੰਧ ਕਰਾਂਗੇ, ਪਰ ਉਹ ਤਾਂ ਕਰਾਂਗੇ ਜੇ ਤੁਸੀਂ ਆਪਾਂ ਸਾਰੇ ਤਿਆਰੀ ਕਰਾਂਗੇ। ਤਾਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਤਾਂ ਇਹ ਲੜਾਈ 'ਚ ਆਪਣਾ ਹਿੱਸਾ ਪਾਓ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ। ਭੂਨਾ ਸ਼ਹਿਰ ਸਾਰਾ ਬਰਬਾਦ ਹੋ ਚੁੱਕਿਆ ਹੈ। ਉਹ ਦੁਕਾਨਦਾਰ ਵੀ ਆ ਜਾਣਗੇ, ਹਜੇ ਉਹ ਸੋਚਦੇ ਆ ਕਿ ਇਹ ਸਾਨੂੰ ਧੂੜਾ ਦਵਾ ਦੂਗਾ। ਇਹ ਧੂੜੇ ਨਹੀਂ ਤਾਂ ਵਪਾਰੀ ਬੰਦੇ ਆ, ਇਹਨਾਂ 5 ਸਾਲਾਂ ਬਾਅਦ ਵੋਟਾਂ ਲੈਣੀਆਂ, ਵੋਟਾਂ ਦੇ ਹਿਸਾਬ ਨਾਲ ਬੋਲਦੇ ਆ। ਨਾ ਧੂੜੇ ਨੇ ਦਵਾਉਣਾ, ਨਾ ਬਬਲੀ ਨੇ ਦਵਾਉਣਾ, ਨਾ ਗੀਲੇ ਖੜੇ ਨੇ ਦਵਾਉਣਾ। ਇਹ ਹੱਕ ਤੁਸੀਂ ਆਪ ਲੈਣਾ, ਇਹਦੇ ਲਈ ਲੜਨਾ ਪਊਗਾ। ਉਹ ਆਉਂਦੇ ਤੁਹਾਨੂੰ ਗੁੰਮਰਾਹ ਕਰਨ ਵਾਸਤੇ, ਫੋਟੋਆਂ ਖਿਚਾ ਕੇ ਮੁੜ ਜਾਂਦੇ ਆ। ਦੇਖੋ ਜੀ ਸਾਡਾ ਐਮਐਲਏ ਆਇਆ, ਉਹ ਐਮਐਲਏ ਨੂੰ ਉਦੋਂ ਹੀ ਘੋਸ਼ਣਾ ਕਰਾ ਦੇਣੀ ਚਾਹੀਦੀ ਸੀ ਵੀ ਭਰਪਾਈ ਸਰਕਾਰ ਕਰੂਗੀ, ਭਾਈ ਸਾਰੇ ਮਕਾਨਾਂ ਦਾ ਪੈਸਾ ਦੇਊਗੀ, ਜਿੰਨਾ ਨੁਕਸਾਨ ਹੋਇਆ ਇੰਨੇ % ਅਸੀਂ ਦੇਵਾਂਗੇ। ਪਰ ਉਹ ਦੇਣ ਲੈਣ ਨੂੰ ਕੱਖ ਨਹੀਂ, ਅਖਬਾਰਾਂ 'ਚ ਫੋਟੋਆਂ ਖਿਚਾਈ ਜਾਂਦੇ ਆ। ਕਿਤੇ ਐਮਪੀ ਚਲੇ ਜਾਂਦੀ ਆ, ਕਿਤੇ ਕੋਈ ਚਲੇ ਜਾਂਦਾ, ਕੋਈ ਦੇ ਕੇ ਤਾਂ ਕੁਝ ਵੀ ਨਹੀਂ ਹੁੰਦੇ ਨਾ। ਇਸ ਕਰਕੇ 11 ਦੀ ਤੁਸੀਂ ਤਿਆਰੀ ਕਰੋ। 11 ਨੂੰ ਆਪਾਂ ਵੱਡਾ ਇਕੱਠ ਕਰਨਾ। ਤਾਂ ਸਾਰੇ ਜਿੰਨੇ ਤੁਸੀਂ ਇੱਥੇ ਆਏ ਹੋ ਸਾਥੀ, ਆਪਣੀ ਗੱਲਬਾਤ ਆਪਾਂ ਸਰਕਾਰ ਨੂੰ ਦੱਸਤੀ ਆ। ਸਰਕਾਰ ਸੌਖੀ ਮੰਨਣ ਵਾਲੀ ਨਹੀਂ। ਜੇ ਸਾਡੀ ਗੱਲ ਨਾ ਮੰਨੀ ਤੇ ਫਿਰ ਆਦਮਪੁਰ ਦੇ ਇਲੈਕਸ਼ਨ 'ਚ ਵੀ ਅਸੀਂ ਜਾਵਾਂਗੇ। ਆਦਮਪੁਰ ਤੋਂ ਕੁਲਦੀਪ ਬਿਸ਼ਨੋਈ ਨੂੰ ਹਰਾਉਣ ਦਾ ਵੀ ਕੰਮ ਅਸੀਂ ਕਰਾਂਗੇ ਜੇ ਸਰਕਾਰ ਨੇ ਸਾਡੀ ਇਹ ਗੱਲ ਨਾ ਮੰਨੀ। ਤਾਂ ਤੁਸੀਂ 11 ਦੀਆਂ ਤਿਆਰੀਆਂ ਕਰੋ। 11 ਨੂੰ ਵੱਡਾ ਹਜ਼ਾਰਾਂ ਦਾ ਇਕੱਠ ਆਏਗਾ। ਅਸੀਂ ਬੇਨਤੀ ਕਰਾਂਗੇ ਇਲਾਕੇ ਦੇ ਲੋਕਾਂ ਨੂੰ, ਜਿਹਦਾ ਨੁਕਸਾਨ ਨਹੀਂ ਵੀ ਹੋਇਆ, ਮੰਨ ਲਓ ਮੇਰਾ ਨੁਕਸਾਨ ਨਹੀਂ ਵੀ ਹੋਇਆ, ਕਿਸੇ ਭਰਾ ਦਾ ਨੁਕਸਾਨ ਤਾਂ ਹੋਇਆ, ਅਸੀਂ ਉਸ ਭਰਾ ਦੇ ਨਾਲ ਖੜੀਏ। ਸਾਰਾ ਇਲਾਕੇ ਨੂੰ ਬੇਨਤੀ ਕਰਾਂਗੇ, ਜਿਨ੍ਹਾਂ ਦਾ ਨੁਕਸਾਨ ਹੈ ਉਹ ਇਕੱਲੇ ਨਹੀਂ, ਇਲਾਕਾ ਉਹਨਾਂ ਦੇ ਨਾਲ। ਇਸ ਕਰਕੇ 11 ਤਰੀਕ ਨੂੰ ਤੁਸੀਂ ਦੇਖੋਗੇ ਹਜ਼ਾਰਾਂ ਲੋਕ ਆਉਣਗੇ। ਇੱਕ ਬੇਨਤੀ ਲਾਸਟ ਕਰਨੀ ਆ, ਅਨੁਸ਼ਾਸਨ। ਕਈ ਲੋਕ ਘਰੋਂ ਸੁੱਤੇ ਪਏ ਉੱਠ ਕੇ ਆ ਜਾਂਦੇ ਆ, ਰੋਡ ਬੰਦ ਕਰ ਦਿਓ ਜੀ, ਇਧਰ ਇੱਟੇ ਮਾਰ ਦਿਓ ਜੀ। ਉਹ ਸਾਡੇ ਸਾਥੀ ਨਹੀਂ ਹੋ ਸਕਦੇ। ਜੋ ਕਮੇਟੀ ਕਹੂਗੀ, ਜੋ ਜਥੇਬੰਦੀ ਕਹੂਗੀ, ਉਹ ਫੈਸਲਾ ਅਸੀਂ ਲਾਗੂ ਕਰਨਾ। ਕਈ ਵਾਰੀ ਸੁੱਤਾ ਪਿਆ ਬੰਦਾ ਘਰ ਉੱਠ ਕੇ ਆ ਜਾਂਦਾ, ਉਹ ਆ ਕੇ ਆਪ ਹੀ ਚਲਾਈ ਜਾਂਦਾ ਵੀ ਦੇਖੋ ਰੋਡ ਬੰਦ ਕਰ ਲਓ। ਜੇ ਆਪਾਂ ਰੋਡ ਬੰਦ ਵੀ ਕਰ ਲਈਏ, ਮੁਆਵਜ਼ਾ ਖਾਤੇ 'ਚ ਨਹੀਂ ਆਉਣਾ। ਇਹ ਤਾਂ ਲੰਬੀ ਲੜਾਈ ਹੈ। ਦਬਾਅ ਨਾਲ, ਪ੍ਰੈਸ਼ਰ ਨਾਲ ਅਸੀਂ ਸਰਕਾਰ ਤੋਂ ਲੈਣਾ। ਕੋਈ ਏਦਾਂ ਦਾ ਜਿਹੜਾ ਆਵੇ ਬੰਦਾ, ਉਹਨੂੰ ਆਪਾਂ ਤਾਂ ਲੈ ਕੇ ਨਾ ਆਇਓ। ਮਰਜ਼ੀ ਨਹੀਂ ਕਰਨ ਦੇਣੀ ਕਿਸੇ ਨੂੰ। ਜੇ ਫੌਜ ਮਰਜ਼ੀ ਕਰੂਗੀ ਤਾਂ ਫਿਰ ਫੌਜ ਹਾਰ ਜਾਂਦੀ ਹੈ। ਅਨੁਸ਼ਾਸਨ ਨਾਲ ਲੜਾਂਗੇ ਆਪਾਂ। 11 ਤਰੀਕ ਨੂੰ ਹਜ਼ਾਰਾਂ ਲੋਕ ਫਤਿਹਾਬਾਦ ਦੀਆਂ ਸੜਕਾਂ ਤੇ ਉਤਰਨਗੇ। ਇਸੇ ਡੀਸੀ ਨੂੰ, ਇਸੇ ਪ੍ਰਸ਼ਾਸਨ ਨੂੰ ਤੁਹਾਡੀ ਗੱਲ ਸੁਣਨੀ ਪਊਗੀ। ਜਦ ਤੱਕ ਅਸੀਂ ਜਿੱਤਦੇ ਨਹੀਂ, ਉਦ ਤੱਕ ਆਪਾਂ ਘਰਾਂ ਨੂੰ ਨਹੀਂ ਮੁੜਾਂਗੇ। ਚਾਹੇ ਸੀਜ਼ਨ ਦਾ ਟਾਈਮ ਹੈ, 20 ਦਿਨਾਂ ਸੀਜ਼ਨ ਵੀ ਟੱਪ ਜੂਗਾ। ਦਿੱਲੀ ਦੇ ਬਾਰਡਰਾਂ ਤੇ ਸੀਜ਼ਨ ਵੀ ਆਇਆ ਸੀ, 2 ਸੀਜ਼ਨ ਆਏ ਦਿੱਲੀ ਦੇ ਬਾਰਡਰਾਂ ਤੇ, ਦੋਨੋਂ ਆਪਾਂ ਕੱਢ ਲਏ। ਤਾਂ ਇਸ ਕਰਕੇ ਇਹ ਤਾਂ ਸਾਡਾ ਗ੍ਰਹਿ ਜ਼ਿਲ੍ਹਾ ਹੈ, ਘਰ ਆ ਸਾਡਾ। ਇੱਥੇ ਬਿਜਾਈ ਦੇ ਬੜਾ ਟਾਈਮ ਨਹੀਂ ਲੱਗਦਾ। ਕਣਕ ਵਾਲੀ ਦੇ ਕਣਕ ਦੀ ਬਿਜਾਈ ਵੀ ਕਰ ਲਾਂਗੇ, ਤਾਂ ਇਹ ਅੰਦੋਲਨ ਵੀ ਚਲਾਵਾਂਗੇ। ਤਾਂ ਮੈਂ ਲਾਸਟ ਸਾਰੇ ਉਹਨਾਂ ਭਰਾਵਾਂ ਨੂੰ ਬੇਨਤੀ ਕਰੂੰਗਾ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ, ਉਹ ਵੀ ਇਸ ਅੰਦੋਲਨ 'ਚ ਆਉਣ, ਤਾਂ ਕਿ ਸਭ ਏਕਾ ਨਜ਼ਰ ਆਏ। ਇਹ ਲੋਕ ਇਕੱਲੇ ਨਹੀਂ, ਅਸੀਂ ਨਾਲ ਹੈ। ਬਸ ਤੁਸੀਂ ਐਡੀ ਵੱਡੀ ਗਿਣਤੀ 'ਚ ਆਏ, ਅਸੀਂ ਮਿਲਣ ਵਾਸਤੇ ਆਏ ਹਾਂ। ਮਿਲਣ ਵਾਸਤੇ ਇੰਨੇ ਲੋਕ ਆਏ ਹੋ। ਜਦੋਂ 11 ਹੋਊਗੀ ਅੰਦਾਜ਼ਾ ਲਾਇਓ ਹਜ਼ਾਰਾਂ ਲੋਕ ਆਉਣਗੇ। ਤੁਹਾਨੂੰ ਮੀਡੀਆ ਦਿਖਾਏਗਾ, ਹਰਿਆਣੇ ਚਾਹੇਗਾ ਵੀ ਫਤਿਹਾਬਾਦ ਦੇ ਲੋਕਾਂ ਨੇ ਆਵਾਜ਼ ਚੱਕੀ ਹੈ। ਫਤਿਹਾਬਾਦ ਦੇ ਲੋਕ ਹਮੇਸ਼ਾ ਸੰਘਰਸ਼ਾਂ ਦੇ ਰਾਹ ਤੇ ਪੈਂਦੇ ਰਹੇ ਆ। ਤਾਂ ਬਸ ਆਸ ਕਰਦੇ ਆ ਵੀ 11 ਤਰੀਕ ਦੀ ਤਿਆਰੀਆਂ ਕਰੋ। ਮੁਆਵਜ਼ਾ ਤੁਹਾਨੂੰ ਹਰ ਹਾਲ ਸਰਕਾਰ ਤੋਂ ਦਿਵਾਵਾਂਗੇ, ਲੜ ਕੇ ਮੁਆਵਜ਼ਾ ਲਵਾਂਗੇ। ਤੁਸੀਂ ਮੇਰੀ ਗੱਲਬਾਤ ਸੁਣੀ, ਬਹੁਤ ਬਹੁਤ ਧੰਨਵਾਦ। ਜੈ ਜਨਤਾ ਜੈ ਸੰਘਰਸ਼। जो बारिश हुई है पिछले दिनों के अंदर, बहुत भारी नुकसान बारिश ने भूना के अंदर, नागपुर के अंदर, भट्टू के अंदर किया है। आज 12 दिन बीत गए हैं, अभी तक जो गिरदावरी का काम था, जो नुकसान कितना नुकसान हुआ है, वो नुकसान का आकलन सरकार नहीं कर पाई है। मुआवजा देने की तो बात दूर है, अभी आश्वासन ही दिए जा रहे हैं। भूना शहर पूरी तरह से बर्बाद हो चुका है। जहाँ खेतों में नुकसान हुआ है वहाँ शहर बाजार भी चला गया, और जिन खेतों के अंदर नुकसान हुआ है वहाँ किसानों के को नुकसान भी हुआ, साथ मजदूरों को काम भी चला गया। इसलिए भट्टू क्षेत्र की समस्या सेम है। जो जहाँ जहाँ भी नुकसान हुआ उसकी भरपाई के लिए अभी सरकार
सिर्फ लारे लप्पे लगा रही है, कोई ठोस आश्वासन नहीं दे रही। अभी हमें एक फार्म दिया गया है, बोले ये फार्म भरवा रहे हैं, एसडीएम रतिया देखेगा, अभी ये फार्म भरवा रहे हैं, 12 दिन बीत जाने के बाद अभी फार्म मिले हैं, तो ये कब भरे जाएंगे। ऊपर से गेहूं की बिजाई का सीजन है, जितना पानी भरा खड़ा है गेहूं की बिजाई भी नहीं हो पाएगी, और किसानों के साथ हर बार धक्का किया जा रहा है। अभी पराली वाला मसला है, बेलर पे 80% के हिसाब से सोसाइटियां बना ली, 40-40 हजार किसानों ने खर्च कर दिया। अब उसको उस 40% 80% वाली सब्सिडी नहीं दी जा रही, वो किसान परेशान है। बिजली के बिल 5 महीने के बिजली के बिल इकट्ठे भेज दिए हैं, उसमें सरचार्ज, उसमें प्लंटियां लगा दी गई है। जब पता किया गया, बोला इसको हम अपडेट कर रहे थे और इसलिए ये देरी हुई है। वो सरकार ने अपनी जो काम करने की वजह से देर किया, मगर उसकी प्लंटियां भी आम लोगों को डाल दी गई है। मकान गिर गए हैं गरीब लोगों के, वो मकान कैसे उनकी भरपाई होगी। इसलिए एक बड़ा आंदोलन की हम शुरुआत करेंगे। चाहे सीजन, हमें पता भी अभी धान का सीजन है, मगर कुछ इलाके बेले हो गए हैं, वो लोग बेले हैं, वो काम क्या करेंगे। इसलिए 11 तारीख को एक बड़ा आंदोलन की हम शुरुआत करेंगे। यदि 11 को सरकार ने हमारी बात ना सुनी तो पक्के तौर पे पड़ाव डाल दिया जाएगा। जब तक मुआवजा नहीं मिलेगा तब तक घर वापसी नहीं करेंगे। इलाके के तमाम लोगों से हम निवेदन करेंगे, जिनका नुकसान नहीं भी हुआ उनसे भी निवेदन करेंगे, जिन लोगों का नुकसान है उनकी भरपाई के लिए तमाम लोग 11 तारीख को हजारों की संख्या में फतेहाबाद के डीसी दफ्तर पहुंचे, ताकि हम अपनी मांगों को मनवा सके। यदि हमारी मांग ना मानी तो आदमपुर के उपचुनाव के अंदर बीजेपी की जो का उम्मीदवार उसका डटकर विरोध करेंगे। हजारों लोग आदमपुर की सड़कों पर उतारेंगे ताकि सरकार को जगाया जा सके। और सरकार बात सुनने की बजाय लारा लप्पा लगा रही है, मगर लोग अपनी मुश्किलों का हल चाह रहे हैं। इनके पास मुश्किलों का हल नहीं है, सिर्फ ला रहे हैं झूठे। और हम तमाम लोगों से भी निवेदन करेंगे 11 तारीख को इन नुकसान की भरपाई के लिए आप बड़ी संख्या में फतेहाबाद आए। देखिए, पंचायत अभी चुनावों से लोगों ने कोई ज्यादा महत्व नहीं दे रहे, क्योंकि घर टूट गए हैं, जिनके घर चले गए हैं, जिनकी फसलें बर्बाद हो गई है, वो चुनाव दूसरे नंबर की बात है। हो सकता है चुनावों की घोषणा हो जाए, वो चुनाव की घोषणा में भी देखेंगे, यदि हमारी बात ना सुनी तो उनका भी बहिष्कार करने का काम करेंगे। क्योंकि लोग घर चाहिए, चुनाव नहीं चाहिए। पहले घरों का प्रबंध सरकार करे, इसलिए ये हमारी मांग है। आदमपुर चुनाव में बीजेपी और जेजेपी का विरोध करोगे? बिल्कुल करेंगे बीजेपी का, क्योंकि बीजेपी ने किसान विरोधी नीतियां लगातार देश में लागू की है। धर्म के नाम पर देश को बांटने का प्रयास किया जा रहा है। जो बीजेपी है, जिसने 2 करोड़ नौजवानों को रोजगार देने का वायदा किया था, जिसने भ्रष्टाचार मुक्त शासन देने का वायदा किया था, आज अंदाजा लगाओ भी हर दफ्तर के अंदर पैसे लिए जा रहे हैं। भ्रष्टाचार चरम सीमा पर है, नशाखोरी, गुंडागर्दी हमारे क्षेत्र में खुल्म खुला हो रही है। और ये सरकार हर मोर्चे पर विफल है और किसानों की बात सुनने के लिए तैयार नहीं। इसलिए बीजेपी का हम डटकर विरोध करेंगे। सरकार का कहना है कि एमएसपी पर फसलें खरीदने वाले हरियाणा नंबर 1 राज्य बने देश में, क्या कहना चाहोगे? बाजरे की एमएसपी पे खरीद कहाँ हो रही है? मूंगफली की एमएसपी पे खरीद कहाँ हो रही है? शर्तें लगाई जा रही है, खरीद से सरकार भाग रही है और तरह तरह के पोर्टल की शर्तें लगाकर किसानों को परेशान करने का काम सरकार कर रही है। सरकार टोटल जो खेती है वो प्राइवेट हाथों में सौंपना चाहती है, बड़ी कंपनियों को देना चाहती है। इसलिए तो ऐसी नीतियां लेके आ रही है जिसमें मंडीकरण को समाप्त करने का प्रयास किया जा रहा है। एमएसपी कागजों पे है, एमएसपी देने जिसकी खरीद ही नहीं है। एमएसपी तो हर चीज पे है, एमएसपी तो दाल पर भी है, मगर जिसकी खरीद ही नहीं कर रही, एमएसपी पे खरीद ही नहीं है, उसके कागजों में एमएसपी का किसान क्या करेगा? खरीद की गारंटी नहीं है। इसलिए जो एमएसपी की खरीद गारंटी कानून बनाने की लड़ाई है वो भी हमारी बीच में है। 11 तारीख को पक्का मोर्चा लगाया जाएगा जी? बिल्कुल, यदि प्रशासन ने बात ना सुनी तो पक्के तौर पर यहाँ बैठेंगे। धन्यवाद।